ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਵਾਗਤ ਜ਼ਿੰਦਗੀ ਦਾ ਪਹਿਲਾ ਪਾਠ ਜਿਸ ਦਾ ਨਾਂ ਹੈ ਸਹਿਣਸ਼ੀਲਤਾ, ਉਹ ਪੜਾਂਗੇ ਬੱਚਿਓ। ਤੇ ਇਹ ਨਿੱਜੀ ਕਦਰਾਂ ਕੀਮਤਾਂ ਵਾਲਾ ਜੋ ਵਿਸ਼ਾ ਹੈ ਉਸ ਦੇ ਵਿੱਚ ਸਹਿਣਸ਼ੀਲਤਾ ਹੈ ਜਿਹੜਾ ਉਹ ਉਪ ਵਿਸ਼ੇ ਵਿੱਚ ਆਉਂਦਾ ਹੈ। ਤੇ ਨਿੱਜੀ ਕਦਰਾਂ ਕੀਮਤਾਂ ਦੇ ਵਿੱਚ ਸਹਿਣਸ਼ੀਲਤਾ ਅਤੇ ਦਿਆਲੂ ਬਿਰਤੀ ਦੋਨੋਂ ਦੇ ਦੋਨੋਂ ਉਪ ਵਿਸ਼ੇ ਆਉਂਦੇ ਹਨ। ਸੋ ਸਭ ਤੋਂ ਪਹਿਲਾਂ ਬੱਚਿਓ ਆਪਾਂ ਸਹਿਣਸ਼ੀਲਤਾ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ। ਬੱਚਿਓ ਸਹਿਣਸ਼ੀਲਤਾ ਬਹੁਤ ਜ਼ਰੂਰੀ ਹੈ। ਸਹਿਣਸ਼ੀਲਤਾ ਕੀ ਹੁੰਦੀ ਹੈ? ਕਿਸੇ ਚੀਜ਼ ਨੂੰ, ਕਿਸੇ ਗੱਲ ਨੂੰ ਸਹਿਣ ਕਰਨਾ, ਹਾਲਾਤਾਂ ਨੂੰ ਸਹਿਣ ਕਰਨਾ। ਅੱਜ ਕੱਲ੍ਹ ਦੇ ਇਨਸਾਨ ਦੇ ਵਿੱਚ ਸਹਿਣਸ਼ੀਲਤਾ ਦਾ ਜੋ ਗੁਣ ਹੈ, ਸਹਿਣ ਕਰਨ ਦਾ ਗੁਣ ਹੈ, ਬਹੁਤ ਘਟਦਾ ਜਾ ਰਿਹਾ ਹੈ। ਇਸ ਦੀ ਬਹੁਤ ਜ਼ਰੂਰਤ ਹੈ ਬੱਚਿਓ। ਅਗਰ ਆਪਾਂ ਸਹਿਣਸ਼ੀਲ ਨਹੀਂ ਹੁੰਦੇ ਤਾਂ ਆਪਾਂ ਖੁਦ ਹੀ ਤੰਗ ਹੁੰਦੇ ਹਾਂ। ਅਗਰ ਆਪਾਂ ਨੂੰ ਕੋਈ ਚੀਜ਼ ਬਰਦਾਸ਼ਤ ਨਹੀਂ ਹੁੰਦੀ ਤਾਂ ਆਪਾਂ ਆਰਾਮ ਦੀ ਅਵਸਥਾ ਦੇ ਵਿੱਚ ਨਹੀਂ ਰਹਿੰਦੇ, ਸਗੋਂ ਆਪਾਂ ਨੂੰ ਹਰ ਚੀਜ਼ ਤੰਗ ਕਰਦੀ ਆ। ਆਪਾਂ ਅੰਦਰੋਂ ਬਹੁਤ ਤੰਗ ਹੁੰਦੇ ਹਾਂ ਅਤੇ ਉਹ ਤੰਗ ਆਪਾਂ ਨੂੰ ਬਿਮਾਰ ਕਰਦਾ ਹੈ, ਮਾਨਸਿਕ ਤੌਰ 'ਤੇ ਵੀ ਔਰ ਸਰੀਰਕ ਤੌਰ 'ਤੇ ਵੀ। ਸੋ ਬੱਚਿਓ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਇਹ ਗੁਣ ਕਿਸ ਤਰ੍ਹਾਂ ਆਉਂਦਾ ਹੈ? ਆਪਾਂ ਨੂੰ ਹਰ ਇੱਕ ਗੱਲ, ਹਰ ਇੱਕ ਇਨਸਾਨ, ਹਰ ਇੱਕ ਜੋ ਚੀਜ਼ ਹੈ ਉਸ ਨੂੰ ਇੱਕਦਮ ਹੀ ਆਪਾਂ ਅਗਰੈਸਿਵ ਹੋ ਕੇ, ਗੁੱਸੇ ਨਾਲ ਜਾਂ ਮਤਲਬ ਬੇਚੈਨ ਹੋ ਕੇ ਆਪਾਂ ਨੂੰ ਨਹੀਂ ਦੇਖਣਾ ਚਾਹੀਦਾ, ਸਗੋਂ ਉਸ ਗੱਲ ਨੂੰ ਆਪਾਂ ਨੂੰ ਆਰਾਮ ਨਾਲ ਦੇਖਣਾ ਚਾਹੀਦਾ ਹੈ। ਹਾਲਾਤ ਚਾਹੇ ਜੋ ਵੀ ਨੇ, ਸਮੱਸਿਆ ਚਾਹੇ ਜਿਹੜੀ ਵੀ ਹੈ ਬੱਚਿਓ, ਉਹ ਸਮੇਂ ਦੇ ਨਾਲ ਹੀ ਖਤਮ ਹੁੰਦੀ ਹੈ। ਅਗਰ ਆਪਾਂ ਕਹਾਂਗੇ ਵੀ ਇਹ ਸਮੱਸਿਆ ਅੱਜ ਆਈ ਅਤੇ ਅੱਜ ਦੀ ਅੱਜ ਹੀ ਖਤਮ ਹੋ ਜੇ, ਬੇਚੈਨੀ ਆਪਾਂ ਨੂੰ ਲੱਗੀ ਰਹਿੰਦੀ ਹੈ, ਤਾਂ ਉਹ ਬੇਚੈਨੀ ਇੰਨੀ ਵਧਣੀ ਸ਼ੁਰੂ ਹੋ ਜਾਂਦੀ ਹੈ ਕਿ ਆਪਣੀ ਆਦਤਾਂ ਦੇ ਵਿੱਚ ਆ ਜਾਂਦੀ ਹੈ। ਉਹ ਅੱਜ ਆਪਾਂ ਜਿਹੜੀ ਵੀ ਗੱਲ ਕਰਦੇ ਹਾਂ, ਅੱਜ ਕੱਲ੍ਹ ਪਰਸੋਂ ਚੌਥੇ, ਤਾਂ ਉਹ ਹੌਲੀ 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 ਕਰਦੇ ਆਪਣੀ ਆਦਤਾਂ ਦੇ ਵਿੱਚ ਆ ਜਾਏਗੀ। ਤੁਸੀਂ ਸੈਰ ਕਰਦੇ ਹੋ ਜਾਂ ਆਰਾਮ ਕਰਦੇ ਹੋ, ਕੁਝ ਵੀ ਕਰਦੇ ਹੋ, ਜ਼ਿਆਦਾ ਖਾਂਦੇ ਹੋ, ਘੱਟ ਖਾਂਦੇ ਹੋ, ਹੌਲੀ ਹੌਲੀ ਬੱਚਿਓ ਤੁਹਾਡੀ ਜੋ ਆਦਤਾਂ ਦਾ ਹਿੱਸਾ ਬਣ ਜਾਂਦੀਆਂ ਨੇ। ਆਦਤ ਉਹ ਨਹੀਂ ਹੁੰਦੀ ਬੱਚਿਓ ਜੋ ਇੱਕ ਦਿਨ ਹੀ ਸਾਡੇ ਕੋਲ ਆਉਂਦੀ ਹੈ। ਆਦਤ ਦਾ ਮਤਲਬ ਕੀ ਹੁੰਦਾ ਹੈ? ਹਰ ਰੋਜ਼ ਜੋ ਆਪਾਂ ਕੰਮ ਕਰਦੇ ਹਾਂ ਉਹ ਅਨਕੌਂਸ਼ੀਅਸਲੀ ਆਪਣੇ ਦਿਮਾਗ ਦੇ ਵਿੱਚ ਗੱਲ ਬੈਠ ਜਾਂਦੀ ਹੈ। ਤਾਂ ਹੌਲੀ ਹੌਲੀ ਜਿਵੇਂ ਉਹ ਗੱਲ ਬੈਠੀ ਜਾਂਦੀ ਹੈ ਤਾਂ ਆਪਣਾ ਸਰੀਰ ਅਚਨਚੇਤ ਹੀ ਉਸ ਦੇ ਉੱਪਰ ਕਿਰਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਤਾਂ ਤੁਸੀਂ ਉਦਾਹਰਨ ਦੇ ਤੌਰ 'ਤੇ ਜਿਵੇਂ ਤੁਸੀਂ ਉੱਠਦੇ ਹੋ ਸਵੇਰੇ 6 ਵਜੇ ਰੋਜ਼ ਉੱਠਦੇ ਹੋ ਜਾਂ 5 ਵਜੇ ਉੱਠਦੇ ਹੋ, ਇੱਕ ਦਿਨ ਉੱਠੋਗੇ, 2 ਦਿਨ ਉੱਠੋਗੇ, 3 ਦਿਨ ਉੱਠੋਗੇ, ਤਾਂ ਤੁਹਾਡਾ ਦਿਮਾਗ ਨੂੰ ਆਦਤ ਪੈ ਜਾਣੀ ਹੈ, ਉਹ ਉਨੇ ਵਜੇ ਉੱਠੇਗਾ। ਸੋ ਇਸ ਕਰਕੇ ਤੁਸੀਂ ਸਹਿਣਸ਼ੀਲਤਾ ਦਾ ਗੁਣ ਆਪਣੇ ਅੰਦਰ ਲੈ ਆਓਗੇ, ਆਪਣੇ ਬੇਚੈਨੀ ਘਟਾਓਗੇ। ਮੰਨ ਲਓ ਅੱਜ ਤੁਹਾਨੂੰ ਬਹੁਤ ਬੇਚੈਨੀ ਹੈ, ਇੱਕਦਮ ਨਹੀਂ ਤੁਸੀਂ ਘਟਦੀ, ਕਿਉਂਕਿ ਆਦਤਾਂ ਘਟ ਜਾਂਦੀਆਂ ਨੇ, ਪਰ ਇਹ ਕੀ ਹੈ ਹੌਲੀ ਹੌਲੀ ਬਦਲ ਸਕਦੀਆਂ ਨੇ, ਹੈ ਨਾ। ਆਪਾਂ ਕੋਈ ਵੀ ਆਦਤ ਪਈ ਹੋਈ ਜਾਏ, ਜਿਵੇਂ ਪਹਿਲਾਂ ਇੱਕ ਕਹਾਵਤ ਸੀ ਬੱਚਿਓ, ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੂਰੀਆਂ ਜੀ, ਹੈ ਨਾ। ਤਾਂ ਇਹ ਕਹਾਵਤ ਵੀ ਸਮੇਂ ਦੇ ਨਾਲ ਬਦਲ ਗਈ। ਵਾਰਿਸ ਸ਼ਾਹ ਆਦਤਾਂ ਬਦਲ ਜਾਂਦੀਆਂ ਜੇਕਰ ਘਟਾਈਏ ਥੋੜ੍ਹੀਆਂ ਥੋੜ੍ਹੀਆਂ ਜੀ, ਸੋ ਆਦਤਾਂ ਵੀ ਬਦਲ ਜਾਂਦੀਆਂ ਨੇ ਜੇਕਰ ਆਪਾਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕਰ ਦਈਏ। ਸੋ ਬੱਚਿਓ ਸਹਿਣਸ਼ੀਲਤਾ ਦਾ ਗੁਣ ਸਾਡੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇ ਵਾਸਤੇ ਬਹੁਤ ਜ਼ਰੂਰੀ ਹੈ। ਅਗਰ ਬੇਚੈਨੀ ਰੱਖਾਂਗੇ ਹਰ ਵਕਤ ਤਾਂ ਅਸੀਂ ਬੇਚੈਨ ਰਹਿਣਾ ਸ਼ੁਰੂ ਕਰ ਦਿਆਂਗੇ। ਕੋਈ ਵੀ ਚੀਜ਼, ਗੱਲ, ਇਨਸਾਨ ਆਪਾਂ ਨੂੰ ਸਕੂਨ ਨਹੀਂ ਦੇ ਸਕਦਾ। ਸਕੂਨ ਆਪਾਂ ਖੁਦ ਲੈਣਾ ਹੁੰਦਾ ਹੈ, ਖੁਸ਼ੀਆਂ ਆਪਾਂ ਖੁਦ ਲੱਭਣੀਆਂ ਹੁੰਦੀਆਂ ਨੇ, ਕਿਤੇ ਦੂਰ ਨਹੀਂ ਪਈਆਂ ਹੁੰਦੀਆਂ, ਆਪਣੇ ਅੰਦਰ ਹੀ ਹੁੰਦੀਆਂ ਨੇ। ਆਪਣੇ ਮਨ ਦੀ ਅਵਸਥਾ ਨੇ ਖੁਸ਼ੀ ਔਰ ਗਮੀ, ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਆਉਣਾ ਇਹ ਆਪਣੇ 'ਤੇ ਆਧਾਰਿਤ ਹੈ, ਠੀਕ ਹੈ ਨਾ। ਸੋ ਸਹਿਣਸ਼ੀਲਤਾ ਹੈ ਜਿਹੜੀ ਇਹ ਗੁਣ ਹੈ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਨਾਲ ਕਹਾਣੀਆਂ ਸਾਂਝੀਆਂ ਕਰਾਂਗੀ ਥੋੜ੍ਹੀਆਂ ਜਿਹੀਆਂ, ਅਤੇ ਕਿਰਿਆਵਾਂ ਵੀ ਨੇ ਵੀ ਅਗਰ ਇਸ ਤਰ੍ਹਾਂ ਹੋਈ ਤਾਂ ਤੁਸੀਂ ਕੀ ਕਰੋਗੇ, ਅਗਰ ਉਸ ਤਰ੍ਹਾਂ ਹੋਏ ਤਾਂ ਤੁਸੀਂ ਕੀ ਕਰੋਗੇ। ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦਾ ਤੁਹਾਡਾ ਸੁਭਾਅ ਹੈ ਉਸ ਤਰ੍ਹਾਂ ਹੀ ਜਵਾਬ ਦਿਓਗੇ, ਠੀਕ ਹੈ ਨਾ। ਪਰ ਕੀ ਉਹ ਜਵਾਬ ਸਹੀ ਹੈ ਇਹ ਤੁਸੀਂ ਖੁਦ ਦੇਖਣਾ ਹੈ, ਫਿਰ ਆਪਣੇ ਆਪ ਨੂੰ ਬਦਲਣਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਬੱਚੋ, ਸਹਿਣਸ਼ੀਲਤਾ ਦੀ ਪਰਿਭਾਸ਼ਾ ਦੱਸਦੀ ਹਾਂ, ਅਰਥ ਦੱਸਦੀ ਹਾਂ। ਅਤੇ ਸਹਿਣਸ਼ੀਲਤਾ ਸਹਿਜ ਅਤੇ ਸਬਰ ਨਾਲ ਜੀਵਨ ਜਿਉਣ ਦੀ ਇੱਕ ਭਾਵਨਾ ਹੈ। ਇਸ ਵਿੱਚ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਜਾਤ, ਧਰਮ, ਬੋਲੀ, ਸੱਭਿਆਚਾਰ, ਖਿੱਤੇ, ਰੰਗ ਜਾਂ ਨਸਲ ਦੇ ਵਖਰੇਵੇਂ ਵਾਲਾ ਹੋਵੇ, ਉਸ ਨੂੰ ਸਹਿਜ ਨਾਲ ਪ੍ਰਵਾਨ ਕਰਨਾ ਸਹਿਣਸ਼ੀਲਤਾ ਦਾ ਇੱਕ ਗੁਣ ਹੈ।
ਖਿੱਤਾ ਸ਼ਬਦ ਹੁੰਦਾ ਬੱਚੋ ਇਲਾਕੇ ਨੂੰ ਕਿਹਾ ਜਾਂਦਾ ਹੈ। ਠੀਕ ਹੈ ਨਾ, ਕੋਈ ਵੀ ਕਿਤੋਂ ਦਾ ਵੀ ਹੋਵੇ ਉਸਨੂੰ ਪ੍ਰਵਾਨ ਕਰਨਾ ਕਿਸੇ ਵੀ ਇਨਸਾਨ ਨੂੰ, ਠੀਕ ਹੈ, ਕੋਈ ਹਾਲਾਤਾਂ ਨੂੰ, ਕੋਈ ਆਪਾਂ ਕਹਿ ਦਿੰਦੇ ਹਾਂ ਗੱਲ ਨੂੰ, ਉਹ ਸਹਿਣਸ਼ੀਲਤਾ ਹੈ। ਇਹ ਭਾਵਨਾ ਅਸਲ ਵਿੱਚ ਵੈਰ ਵਿਰੋਧ ਈਰਖਾ ਤੋਂ ਉੱਪਰ ਉੱਠ ਕੇ ਠਰੰਮੇ ਮਤਲਬ ਸ਼ਾਂਤੀ ਵਾਲੇ ਜੀਵਨ ਹੁਨਰ ਨਾਲ ਜੁੜੀ ਹੋਈ ਹੈ। ਹੁਨਰ ਕਿੱਦਾਂ ਹੈ ਬੱਚਿਓ? ਇਹ ਕਿਸੇ ਤੋਂ ਜਨਮ ਤੋਂ ਨਹੀਂ ਇਹ ਗੱਲਾਂ ਆਉਂਦੀਆਂ, ਠੀਕ ਹੈ। ਹੁਨਰ ਆਪਣਾ, ਆਦਤ ਹੈ ਆਪਣੀ। ਅਗਰ ਆਪਾਂ ਠਰੰਮੇ ਨਾਲ ਸ਼ਾਂਤੀ ਦੇ ਨਾਲ ਰਹਿਣਾ ਸਿੱਖ ਲਈਏ, ਕਈ ਬੰਦੇ ਬਹੁਤ ਸ਼ਾਂਤ ਹੁੰਦੇ ਨੇ, ਉਹ ਕਿਉਂ ਹੁੰਦੇ ਨੇ? ਠੀਕ ਹੈ ਨਾ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ। ਆਪਾਂ ਆਦਤ ਪਾ ਲਾਂਗੇ ਤਾਂ ਆਪਾਂ ਵੀ ਸ਼ਾਂਤ ਰਹਿਣਾ ਸ਼ੁਰੂ ਕਰ ਦਿਆਂਗੇ। ਹੌਲੀ ਹੌਲੀ ਆਦਤ ਬਣ ਜਾਂਦੀ ਹੁੰਦੀ ਹੈ, ਪੱਕ ਜਾਂਦੀ ਹੈ। ਸ਼ੁਰੂ ਸ਼ੁਰੂ ਦੇ ਵਿੱਚ ਥੋੜ੍ਹਾ ਔਖਾ ਲੱਗਦਾ। ਸੋ ਇਹ ਦੂਜਿਆਂ ਦੇ ਗੁਣਾਂ ਨੂੰ ਸਹਿਜ, ਸੁਹਜ, ਸੰਜਮ ਅਤੇ ਸਿਆਣਪ ਨਾਲ ਪ੍ਰਵਾਨ ਕਰਨ ਦਾ ਨਾਂ ਹੈ। ਠੀਕ ਹੈ, ਜਿਹੜੇ ਦੂਜੇ ਲੋਕਾਂ ਦੇ ਗੁਣ ਨੇ, ਵਧੀਆ ਗੁਣ ਨੇ, ਉਹਨਾਂ ਨੂੰ ਪ੍ਰਵਾਨ ਕਰਨਾ, ਨਾ ਕਿ ਜਲਣਾ। ਠੀਕ ਹੈ ਨਾ। ਅਸੀਂ ਜਿਸ ਤਰ੍ਹਾਂ ਖਾਣਾ ਪੀਣਾ, ਰਹਿਣਾ ਬੈਠਣਾ, ਬੋਲਣਾ ਆਦਿ ਚਾਹੁੰਦੇ ਹਾਂ, ਉਸੇ ਤਰ੍ਹਾਂ ਜੇਕਰ ਦੂਜਾ ਵੀ ਕਰ ਰਿਹਾ ਹੈ ਜਾਂ ਉਹ ਅਲੱਗ ਢੰਗ ਨਾਲ ਕਰ ਰਿਹਾ ਹੈ, ਜਿਸ ਭਾਵਨਾ ਨਾਲ ਅਸੀਂ ਉਸ ਨੂੰ ਮਨਜ਼ੂਰ ਕਰਦੇ ਹਾਂ, ਉਸ ਦਾ ਨਾਂ ਹੀ ਸਹਿਣਸ਼ੀਲਤਾ ਹੈ। ਸਹਿਣਸ਼ੀਲ ਵਿਦਿਆਰਥੀ ਜਾਣਦਾ ਹੈ ਕਿ ਜੇ ਉਹ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਦੂਜੇ ਇਨਸਾਨ ਵੀ ਖੁਸ਼ ਰਹਿਣਾ ਚਾਹੁੰਦੇ ਹਨ। ਸਹਿਣਸ਼ੀਲ ਵਿਅਕਤੀ ਜੀਵਨ ਵਿੱਚ ਵਧੇਰੇ ਸਫਲ ਹੁੰਦਾ ਹੈ ਅਤੇ ਸਹਿਜ ਨਾਲ ਜੀਵਨ ਜਿਉਂਦਾ ਹੈ। ਸਹਿਣਸ਼ੀਲਤਾ ਦਾ ਮਤਲਬ ਖੁਦ ਨੂੰ ਕਮਜ਼ੋਰ ਸਮਝਣਾ ਜਾਂ ਕਿਸੇ ਜ਼ੁਲਮ ਨੂੰ ਚੁੱਪ ਕਰਕੇ ਸਹਿਣਾ ਨਹੀਂ ਹੈ, ਸਗੋਂ ਆਪਣੇ ਸਵੈ ਦਾ ਪ੍ਰਗਟਾਵਾ ਸ਼ਾਂਤਮਈ ਅਤੇ ਠੋਸ ਦਲੀਲ ਨਾਲ ਕਰਨਾ ਵੀ ਹੈ। ਸਾਡੀ ਸਹਿਣਸ਼ੀਲਤਾ ਦੀ ਪਰਖ ਪ੍ਰਤੀਕੂਲ ਸਥਿਤੀ ਵਿੱਚ ਵਧੇਰੇ ਹੁੰਦੀ ਹੈ। ਮਤਲਬ ਜਦੋਂ ਸਥਿਤੀ ਸਾਡੇ ਪੱਖ 'ਚ ਨਾ ਹੋਵੇ, ਉਲਟ ਹੋਵੇ, ਪ੍ਰਤੀਕੂਲ ਉਸਨੂੰ ਕਿਹਾ ਜਾਂਦਾ ਹੈ। ਠੀਕ ਹੈ ਨਾ, ਤਾਂ ਉਦੋਂ ਹੀ ਪਰਖ ਹੁੰਦੀ ਹੈ। ਅਤੇ ਸਹਿਣਸ਼ੀਲਤਾ ਦੀ ਕਮੀ ਕਰਕੇ ਅਸੀਂ ਜਲਦੀ ਘਬਰਾ ਜਾਂਦੇ ਹਾਂ, ਘਬਰਾ ਸਕਦੇ ਹਾਂ, ਗੁੱਸੇ ਵਿੱਚ ਆ ਸਕਦੇ ਹਾਂ ਅਤੇ ਤਣਾਅਗ੍ਰਸਤ ਹੋ ਸਕਦੇ ਹਾਂ। ਇਸ ਗੁਣ ਲਈ ਸਬਰ, ਸੰਤੋਖੀ ਲੋਕਾਂ ਦੀ ਸੰਗਤ, ਉਸਾਰੂ ਚਿੰਤਨ ਮਤਲਬ ਉੱਚੀ ਸੋਚ ਹੈ ਜਿਹੜੀ ਆਪਣੀ, ਅਤੇ ਸੁਭਾਵਿਕ ਧਿਆਨ ਅਭਿਆਸ ਦੀ ਜ਼ਰੂਰਤ ਹੈ। ਠੀਕ ਹੈ ਨਾ, ਵੀ ਆਪਾਂ ਮੈਡੀਟੇਸ਼ਨ ਕਰੀਏ ਤਾਂ ਆਪਣੇ ਅੰਦਰ ਸਹਿਣਸ਼ੀਲਤਾ ਹੈ ਜਿਹੜੀ ਉਹ ਆ ਜਾਂਦੀ ਹੈ। ਠੀਕ ਹੈ, ਤਾਂ ਵਧੀਆ ਲੋਕਾਂ ਦੀ ਸੰਗਤ ਕਰੀਏ, ਉਹਨਾਂ ਦੀ ਕੰਪਨੀ ਕਰੀਏ, ਉੱਚਾ ਸੋਚੀਏ, ਤਾਂ ਇਹ ਚੀਜ਼ਾਂ ਨਾਲ ਆਪਣੀ, ਇਹ ਗੱਲਾਂ ਨਾਲ ਆਪਣੇ ਅੰਦਰ ਸਹਿਣਸ਼ੀਲਤਾ ਆ ਜਾਂਦੀ ਹੈ। ਠੀਕ ਹੈ ਨਾ। ਅਤੇ ਬੱਚਿਓ ਮੈਂ ਤੁਹਾਨੂੰ 2 ਕਿਰਿਆਵਾਂ ਦੱਸਦੀ ਹਾਂ, ਮਤਲਬ ਇੱਕ ਤਰ੍ਹਾਂ ਨਾਲ ਹਾਲਾਤ ਹੀ ਕ੍ਰੀਏਟ ਕੀਤੇ ਨੇ, ਬਣਾਏ ਨੇ ਆਪਾਂ ਨੇ। ਠੀਕ ਹੈ, ਮੰਨ ਲਓ ਤੁਸੀਂ ਬੈਂਚ 'ਤੇ 2 ਵਿਦਿਆਰਥੀ ਬੈਠਦੇ ਹੋ। ਤੁਸੀਂ ਦੋਵੇਂ ਗੂੜ੍ਹੇ ਮਿੱਤਰ ਹੋ। ਅੱਜ ਜਮਾਤ ਵਿੱਚ ਨਵਾਂ ਵਿਦਿਆਰਥੀ ਆਇਆ ਹੈ ਜੋ ਕਿਸੇ ਹੋਰ ਪ੍ਰਾਂਤ ਦਾ ਹੈ ਅਤੇ ਹੋਰ ਭਾਸ਼ਾ ਨੂੰ ਬੋਲਣ ਵਾਲਾ ਹੈ। ਅਧਿਆਪਕ ਨੇ ਕਿਹਾ ਕਿ ਉਹ ਵਿਦਿਆਰਥੀ ਅੱਜ ਤੁਹਾਡੇ ਨਾਲ ਬੈਠੇਗਾ। ਤੁਹਾਡੇ ਮਨ ਵਿੱਚ ਉਸ ਵਿਦਿਆਰਥੀ ਪ੍ਰਤੀ ਕੀ ਵਿਚਾਰ ਆਏ? ਇਹ ਵਿਚਾਰ ਤੁਸੀਂ ਆਪ ਹੀ ਲਿਖ ਕੇ ਪੜ੍ਹਨੇ ਹਨ ਅਤੇ ਆਪਣੀ ਸਹਿਣਸ਼ੀਲਤਾ ਦਾ ਮੁਲਾਂਕਣ ਵੀ ਆਪ ਹੀ ਕਰਨਾ ਹੈ। ਮੁਲਾਂਕਣ ਲਈ ਵਿਦਿਆਰਥੀ ਠੀਕ ਗੱਲ 'ਤੇ ਨਿਸ਼ਾਨ ਲਾ ਸਕਦਾ ਹੈ। ਠੀਕ ਹੈ ਨਾ, ਵੀ ਦੇਖ ਸਕਦਾ ਵੀ ਅਸੀਂ ਸਹੀ ਹਾਂ, ਗਲਤ ਹੈ। ਇਹ ਸਾਡੇ ਬੈਂਚ 'ਤੇ ਨਹੀਂ ਬੈਠਣਾ ਚਾਹੀਦਾ। ਮੈਨੂੰ ਵਧੀਆ ਲੱਗਿਆ ਕਿ ਇਹ ਵਿਦਿਆਰਥੀ ਦੂਜੇ ਪ੍ਰਾਂਤ ਤੋਂ ਆਇਆ ਹੈ। ਮੈਂ ਇਸ ਤੋਂ ਇਸ ਦੇ ਰਾਜ ਬਾਰੇ ਜਾਣਕਾਰੀ ਪ੍ਰਾਪਤ ਕਰਾਂਗਾ। ਮੈਂ ਇਸ ਨੂੰ ਚੰਗਾ ਨਹੀਂ ਸਮਝਦਾ। ਅਗਲੇ ਪੀਰੀਅਡ ਇਸ ਨੂੰ ਕਹਾਂਗਾ ਕਿਸੇ ਹੋਰ ਬੈਂਚ 'ਤੇ ਬੈਠ। ਇਸ ਤੋਂ ਇਲਾਵਾ ਕੁਝ ਹੋਰ ਵਿਚਾਰ ਵੀ ਮਨ ਵਿੱਚ ਆ ਸਕਦੇ ਹਨ ਜੋ ਵਿਦਿਆਰਥੀ ਆਪ ਲਿਖ ਸਕਦਾ ਹੈ। ਆਪਣੀ ਸਹਿਣਸ਼ੀਲਤਾ ਨੂੰ ਸਮਝਣ ਦਾ ਯਤਨ ਕਰਨਗੇ। ਇਸ ਵਿੱਚ ਉਹ ਵਿਦਿਆਰਥੀ ਜ਼ਿਆਦਾ ਸਹਿਣਸ਼ੀਲਤਾ ਦੇ ਗੁਣ ਵਾਲਾ ਹੋਵੇਗਾ ਜੋ ਹੋਰ ਪ੍ਰਾਂਤ ਅਤੇ ਭਾਸ਼ਾ ਦੇ ਵਿਦਿਆਰਥੀਆਂ ਨਾਲ ਆਪਣੱਤ ਭਰਿਆ ਵਿਹਾਰ ਕਰਕੇ ਉਸ ਦੇ ਵਿਹਾਰ ਨੂੰ ਸੰਜਮ ਨਾਲ ਸਹਿਣ ਵੀ ਕਰੇਗਾ। ਸੋ ਬੱਚੋ ਤੁਸੀਂ ਇਹ ਸਾਰੀ ਸਥਿਤੀ ਨੂੰ ਦੇਖਣਾ ਹੈ ਕਿ ਵਾਕਈ ਤੁਸੀਂ ਸਹਿਣਸ਼ੀਲ ਹੋ। ਅਗਰ ਇਸ ਤਰ੍ਹਾਂ ਕੋਈ ਬਾਹਰਲਾ ਬੱਚਾ ਹੈ ਜਿਹੜਾ ਤੁਹਾਡੇ ਨਾਲ ਆ ਕੇ ਬੈਠਦਾ ਹੈ ਤੇ ਤੁਸੀਂ ਦੇਖਣਾ ਹੈ। ਸੋ ਦੂਸਰੀ ਕਿਰਿਆ ਕਿਹੜੀ ਹੈ? ਇੱਕ ਕਹਾਣੀ ਦੱਸਦੇ ਆਪਾਂ ਤੁਹਾਨੂੰ।
ਮਨਜੀਤ ਨਾਮ ਦਾ ਇੱਕ ਵਿਦਿਆਰਥੀ ਸੀ ਜਿਸ ਦਾ ਕੱਦ ਬਹੁਤ ਛੋਟਾ ਸੀ। ਬਚਪਨ ਤੋਂ ਹੀ ਵਿਦਿਆਰਥੀ ਉਸਨੂੰ ਛੋਟੂ ਕਹਿ ਕੇ ਛੇੜਦੇ ਸਨ। ਉਹ ਗੁੱਸੇ ਨਾਲ ਤੜਫ ਉੱਠਦਾ ਸੀ। ਉਸਨੇ ਇੱਕ ਦਿਨ ਟੀਵੀ 'ਤੇ ਇੱਕ ਫਿਲਮ ਦੇਖੀ ਜੋ ਉਸ ਵਰਗੇ ਬੱਚੇ ਦੀ ਹੀ ਸੀ। ਫਿਲਮ ਵਿੱਚ ਬੱਚੇ ਨੂੰ ਕੋਈ ਛੋਟੂ ਕਹਿ ਕੇ ਚਿੜਾਉਂਦਾ ਤਾਂ ਉਹ ਬੱਚਾ ਮੁਸਕਰਾ ਛੱਡਦਾ ਅਤੇ ਇਹ ਵੀ ਆਖਦਾ ਕਿ ਮੈਂ ਇੱਕ ਦਿਨ ਕੰਮਾਂ ਨਾਲ ਵੱਡਾ ਬਣਨਾ ਹੈ। ਇਸ ਫਿਲਮ ਨੇ ਮਨਜੀਤ ਨੂੰ ਬਹੁਤ ਪ੍ਰਭਾਵਿਤ ਕੀਤਾ। ਮਨਜੀਤ ਨੇ ਉਸ ਦਿਨ ਤੋਂ ਇਹ ਪ੍ਰਣ ਕਰ ਲਿਆ ਕਿ ਹੁਣ ਉਹ ਕਿਸੇ ਵੱਲ ਇਸ ਤਰ੍ਹਾਂ ਨਜ਼ਰ ਨਾਲ ਨਹੀਂ ਦੇਖੇਗਾ ਕਿ ਉਸ ਨੂੰ ਲੋਕ ਕੀ ਸਮਝਣਗੇ, ਠੀਕ ਹੈ ਨਾ, ਅਤੇ ਕਿਸੇ ਵੱਲੋਂ ਇਸ ਤਰ੍ਹਾਂ ਚਿੜਾਉਣ 'ਤੇ ਖਿਜੇਗਾ ਨਹੀਂ। ਇਸ ਸੋਚ ਨੇ ਉਸ ਨੂੰ ਖੁਸ਼ ਮਿਜ਼ਾਜ ਬਣਾ ਦਿੱਤਾ ਕਿਉਂਕਿ ਆਦਤ ਬਣ ਗਈ ਖੁਸ਼ ਰਹਿਣਾ ਉਹਦੀ। ਉਹ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਪੁਸਤਕਾਂ ਵੀ ਪੜ੍ਹਦਾ। ਉਹ ਜਮਾਤ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਲੱਗ ਪਿਆ। ਅਧਿਆਪਕ ਅਤੇ ਮਾਤਾ ਪਿਤਾ ਉਸ 'ਤੇ ਮਾਣ ਕਰਨ ਲੱਗੇ। ਹੁਣ ਬਾਕੀ ਵਿਦਿਆਰਥੀ ਵੀ ਉਸ ਨੂੰ ਸਹੀ ਨਾਮ ਨਾਲ ਬੁਲਾਉਂਦੇ। ਸਖਤ ਮਿਹਨਤ ਨਾਲ ਉਸਨੇ PCS ਦੇ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਲਿਆ। ਬਚਪਨ ਵਿੱਚ ਸਿੱਖਿਆ ਹੋਇਆ ਸਹਿਣਸ਼ੀਲਤਾ ਦਾ ਗੁਣ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਨ ਲਈ ਹੁਣ ਵੀ ਉਸ ਦੇ ਕੰਮ ਆਉਂਦਾ ਹੈ। ਦਫ਼ਤਰ ਵਿੱਚ ਵੀ ਬਾਕੀ ਕਰਮਚਾਰੀਆਂ ਦੀ ਗੱਲ ਉਹ ਠਰ੍ਹੰਮੇ ਨਾਲ ਸੁਣ ਕੇ ਵਧੀਆ ਫੈਸਲਾ ਲੈਂਦਾ ਹੈ। ਉਹ ਸਾਰਿਆਂ ਦਾ ਹਰਮਨ ਪਿਆਰਾ ਅਧਿਕਾਰੀ ਬਣ ਗਿਆ ਹੈ। ਇਹ ਸਹਿਣਸ਼ੀਲਤਾ ਦੇ ਗੁਣ ਦਾ ਕਮਾਲ ਹੈ, ਠੀਕ ਹੈ ਨਾ ਬੱਚਿਓ। ਜੋ ਗੁੱਸਾ ਕਰੀ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ ਕਹਾਵਤ ਹੈ, ਹਾਥੀ ਲੰਘ ਜਾਂਦਾ ਕੁੱਤੇ ਭੌਂਕੀ ਜਾਂਦੇ ਨੇ, ਹੈ ਨਾ। ਹਾਥੀ ਸਹਿਣਸ਼ੀਲ ਹੁੰਦਾ ਏ, ਲੰਘ ਜਾਂਦਾ ਏ। ਅਗਰ ਉਹ ਉੱਥੇ ਉਲਝਿਆ ਰਹੇ ਤਾਂ ਉਹ ਅੱਗੇ ਵਧ ਹੀ ਨਹੀਂ ਸਕਦਾ। ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਕੁੱਤੇ ਭੌਂਕਦੇ ਨੇ, ਹਟ ਜਾਂਦੇ ਨੇ, ਉਹ ਆਪਣੀ ਮਸਤ ਚਾਲ ਚੱਲਦਾ ਏ। ਜਿਵੇਂ ਆਪਾਂ ਦੇਖਿਆ ਕਿ ਇੱਕ ਬੱਚਾ ਜੋ ਬਹੁਤ ਛੋਟਾ ਸੀ ਉਸਨੂੰ ਛੋਟੂ ਛੋਟੂ ਕਹਿੰਦੇ ਸਨ। ਅਗਰ ਉਹਨਾਂ ਦੇ ਵਿੱਚ ਉਲਝਿਆ ਰਹਿੰਦਾ ਤਾਂ ਉਹੀ ਬਣ ਕੇ ਰਹਿ ਜਾਂਦਾ। ਉਹਨੇ ਕੀ ਕਿਹਾ ਵੀ ਮੈਂ ਇਹਨਾਂ ਦੇ ਵਿੱਚ ਨਹੀਂ ਉਲਝਣਾ, ਸਗੋਂ ਮੈਂ ਪੜ੍ਹਨਾ, ਅਤੇ ਉਹ ਸਹਿਣਸ਼ੀਲ ਬਣ ਗਿਆ। ਉਹਨਾਂ ਦੀ ਗੱਲਾਂ ਦਾ ਉਹਨਾਂ 'ਤੇ ਮਤਲਬ ਬੱਚੇ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਸੋ ਪੜ੍ਹਿਆ, ਪੜ੍ਹ ਕੇ ਮਿਹਨਤ ਦੇ ਨਾਲ ਉਹ ਵੱਡਾ ਆਫਿਸਰ ਬਣ ਗਿਆ ਅਤੇ ਫਿਰ ਉਹ ਉੱਥੇ ਵੀ ਸਹਿਣਸ਼ੀਲ ਰਿਹਾ। ਹੀ ਨਹੀਂ ਇਕੱਲਾ ਆਫਿਸਰ ਬਣਨਾ ਸੀ, ਉਹਨੇ ਹਰ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਉਹ, ਤਾਂ ਫਿਰ ਸਭ ਦਾ ਹਰਮਨ ਪਿਆਰਾ ਅਧਿਕਾਰੀ ਬਣਿਆ ਸੀ ਉਹ। ਅਤੇ ਬੱਚਿਓ ਰਣਬੀਰ ਰਾਣਾ ਤੁਸੀਂ ਦੇਖਿਆ ਕਿ ਕਾਮੇਡੀਅਨ ਵੀ ਹੈ ਆਪਣੇ, ਠੀਕ ਹੈ, ਅਤੇ ਬਹੁਤ ਅੱਛੇ ਲੇਖਕ ਵੀ ਨੇ, ਠੀਕ ਹੈ। ਤਾਂ ਬੱਚਿਓ ਉਹਨਾਂ ਨੇ ਜੋ ਜੀਵਨ ਹੈ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਵੀ ਇਹੀ ਗੱਲਾਂ ਕਹੀਆਂ ਗਈਆਂ ਨੇ ਕਿ ਉਹ ਵੀ ਇਸ ਤਰ੍ਹਾਂ ਸ਼ਿਕਾਰ ਹੋ ਗਏ ਸਨ ਲੋਕਾਂ ਦੀਆਂ ਗੱਲਾਂ ਦੇ, ਪਰ ਉਹਨਾਂ ਨੇ ਜੋ ਆਪਣਾ ਧਿਆਨ ਆਪਣੀ ਜ਼ਿੰਦਗੀ ਦੇ ਉੱਪਰ ਲਾਇਆ। ਸੋ ਇਸ ਕਰਕੇ ਉਹ ਬਿਲਕੁਲ ਵੀ ਨਹੀਂ ਘਬਰਾਏ, ਠੀਕ ਹੈ, ਸਗੋਂ ਉਹ ਅੱਗੇ ਵਧੇ। ਸੋ ਹੁਣ ਆਪਾਂ ਅਭਿਆਸ ਦੀ ਗੱਲ ਕਰਦੇ ਹਾਂ ਬੱਚੋ ਕਿ ਕੀ ਹੋਇਆ ਸੀ ਮਨਜੀਤ ਦੇ ਨਾਲ, ਠੀਕ ਹੈ ਨਾ, ਅਤੇ ਕਿਸ ਤਰ੍ਹਾਂ ਉਹਨੇ ਉਹ ਸਾਰੀ ਜਿਹੜੀ ਸਥਿਤੀ ਸੀ ਉਸਨੂੰ ਸੰਭਾਲਿਆ ਸੀ। ਤਾਂ ਪਹਿਲਾ ਪ੍ਰਸ਼ਨ ਕੀ ਹੈ ਇਸ ਦੇ ਵਿੱਚ, ਮਨਜੀਤ ਆਪਣੇ ਸਾਥੀ ਵਿਦਿਆਰਥੀਆਂ ਦਾ ਛੋਟੂ ਕਹਿਣ ਦੇ ਬਾਵਜੂਦ ਗੁੱਸਾ ਕਿਉਂ ਨਹੀਂ ਸੀ ਕਰਦਾ? ਕਿਉਂਕਿ ਮਨਜੀਤ ਸਹਿਣਸ਼ੀਲ ਬਣ ਚੁੱਕਾ ਸੀ, ਉਹਦੀ ਆਦਤ ਸਹਿਣਸ਼ੀਲਤਾ ਬਣ ਗਈ ਸੀ। ਅੱਗੇ ਹੈ ਕਿ ਜੇਕਰ ਤੁਸੀਂ ਘਰ, ਸਕੂਲ, ਗੁਆਂਢ ਅਤੇ ਰਿਸ਼ਤੇਦਾਰੀ ਵਿੱਚ ਸਹਿਣਸ਼ੀਲਤਾ ਨਾਲ ਵਿਚਰਦੇ ਹੋ ਤਾਂ ਤੁਹਾਨੂੰ ਕੀ ਫਾਇਦੇ ਹੋ ਸਕਦੇ ਹਨ? ਕਹਾਣੀ ਦੇ ਆਧਾਰ 'ਤੇ ਦੱਸੋ। ਬੱਚਿਓ ਆਪਾਂ ਕਿਸੇ ਨਾਲ ਨਹੀਂ ਲੜਾਂਗੇ, ਆਪਾਂ ਵੀ ਖੁਸ਼ ਰਹਾਂਗੇ ਅਤੇ ਹੋਰ ਲੋਕ ਵੀ ਜਿਹੜੇ ਆਪਣੇ ਨਾਲ ਸੰਬੰਧਿਤ ਨੇ ਉਹ ਵੀ ਖੁਸ਼ ਰਹਿਣਗੇ। ਸੋ ਇਸ ਤਰ੍ਹਾਂ ਆਪਾਂ ਜੀਓ ਅਤੇ ਜਿਉਣ ਦਿਓ ਦੇ ਜੋ ਇੱਕ ਬਹੁਤ ਸੋਹਣੀ ਗੱਲ ਹੈ ਉਸ ਦੇ ਉੱਪਰ ਖਰੇ ਉਤਰਾਂਗੇ, ਠੀਕ ਹੈ ਨਾ। ਹਰ ਕੋਈ ਆਪਣੇ ਤੋਂ ਖੁਸ਼ ਰਹੇਗਾ, ਆਪਾਂ ਕਿਸੇ ਨਾਲ ਨਹੀਂ ਲੜਾਂਗੇ, ਇਸ ਕਰਕੇ ਆਪਾਂ ਨਹੀਂ ਉਹਨਾਂ ਦੇ ਹਾਲਾਤਾਂ ਦੇ ਵਿੱਚ ਜਾਵਾਂਗੇ, ਠੀਕ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸਹਿਣਸ਼ੀਲ ਹੋਣ ਨਾਲ ਸਮਾਜ ਵਿੱਚ ਵਧੇਰੇ ਸ਼ਾਂਤਮਈ ਤਰੀਕੇ ਨਾਲ ਰਿਹਾ ਜਾ ਸਕਦਾ ਹੈ? ਹਾਂਜੀ ਬਿਲਕੁਲ। ਅਗਰ ਆਪਾਂ ਗੁੱਸਾ ਕਰੀ ਜਾਵਾਂਗੇ ਅੱਗੇ ਤੋਂ ਵੀ ਆਪਾਂ ਨੂੰ ਗੁੱਸਾ ਮਿਲੇਗਾ, ਸੋ ਆਪਾਂ ਸ਼ਾਂਤ ਨਹੀਂ ਰਹਿ ਸਕਦੇ। ਇਸ ਕਰਕੇ ਆਪਾਂ ਨੂੰ ਸ਼ਾਂਤ ਰਹਿਣਾ ਹੈ ਤਾਂ ਆਪਾਂ ਨੂੰ ਕੀ ਕਰਨਾ ਪੈਣਾ ਬੱਚਿਓ, ਠੀਕ ਹੈ ਨਾ। ਤਾਂ ਆਪਾਂ ਨੂੰ ਸ਼ਾਂਤਮਈ ਰਹਿਣ ਲਈ ਆਪਾਂ ਨੂੰ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਤਾਂ ਫਿਰ ਆਪਾਂ ਕੁਝ ਹੋਰ ਦੇਖਦੇ ਹਾਂ ਅਭਿਆਸ। ਇੱਕ ਵਿਦਿਆਰਥੀ ਨੇ ਬਿਨਾਂ ਦੱਸੇ ਤੁਹਾਡੇ ਬੈਗ ਵਿੱਚੋਂ ਕਾਪੀ ਕੱਢ ਲਈ ਤਾਂ ਤੁਸੀਂ ਕੀ ਕਰੋਗੇ? ਮੈਂ ਤੁਰੰਤ ਉਸ ਤੋਂ ਕਾਪੀ ਖੋਹ ਲਵਾਂਗੀ ਜਾਂ ਲਵਾਂਗਾ। ਮੈਂ ਉਸ ਦੀ ਸ਼ਿਕਾਇਤ ਕਰਨ ਲਈ ਅਧਿਆਪਕ ਕੋਲ ਜਾਵਾਂਗਾ।
ਮੈਂ ਉਸਨੂੰ ਕਹਾਂਗੀ ਕਿ ਜਦੋਂ ਵੀ ਕਾਪੀ ਦੀ ਜ਼ਰੂਰਤ ਹੋਵੇ ਮੇਰੇ ਤੋਂ ਮੰਗ ਕੇ ਲੈ ਜਾਵੇ। ਠੀਕ ਹੈ ਨਾ। ਦੇਖੋ, ਅਗਰ ਤੁਸੀਂ ਖੋਵੋਗੇ ਲੜਾਈ ਹੋਏਗੀ, ਅਗਰ ਤੁਸੀਂ ਸ਼ਿਕਾਇਤ ਲਾਓਗੇ ਤਾਂ ਵੀ ਲੜਾਈ ਵਧੇਗੀ। ਅਗਰ ਤੁਸੀਂ ਉਂਝ ਗੱਲ ਕਰੋਗੇ ਵੀ ਅਗਰ ਕੋਈ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਤੋਂ ਮੰਗ ਲਓ, ਠੀਕ ਹੈ ਨਾ, ਤਾਂ ਉਹ ਸਾਰੀ ਜਿਹੜੀ ਸਥਿਤੀ ਹੈ ਉਹ ਠੀਕ ਹੋ ਜਾਏਗੀ। ਠੀਕ ਹੈ। ਇਸ ਕਰਕੇ ਈਡੀ ਜੋ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਤੁਹਾਡੇ ਮਿੱਤਰ ਨੇ ਦੱਸਿਆ ਕਿ ਤੁਹਾਡੇ ਸਕੂਲ ਦਾ ਇੱਕ ਵਿਦਿਆਰਥੀ ਤੁਹਾਡੇ ਬਾਰੇ ਕੁਝ ਗਲਤ ਬੋਲ ਰਿਹਾ ਹੈ, ਤਾਂ ਤੁਸੀਂ ਕੀ ਕਰੋਗੇ? ਤੁਸੀਂ ਇਹ ਗੱਲ ਸੁਣ ਕੇ ਝੱਟ ਉਸ ਵਿਦਿਆਰਥੀ ਨਾਲ ਲੜੋਗੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਬੋਲ ਨਾ ਸਕੇ। ਤੁਸੀਂ ਵੀ ਉਸ ਵਿਦਿਆਰਥੀ ਬਾਰੇ ਗਲਤ ਬੋਲ ਕੇ ਉਸ ਦਾ ਮੁਕਾਬਲਾ ਕਰੋਗੇ। ਤੁਸੀਂ ਕਹੋਗੇ ਕਿ ਮੈਂ ਅਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਅਤੇ ਜੇ ਮੈਨੂੰ ਲੱਗਿਆ ਤਾਂ ਉਸ ਵਿਦਿਆਰਥੀ ਨਾਲ ਗੱਲ ਕਰ ਲਵਾਂਗਾ। ਠੀਕ ਹੈ ਨਾ। ਦੇਖੋ, ਇਹ ਵਾਲੀ ਜੋ ਈਡੀ ਆਪਸ਼ਨ ਹੈ ਬਿਲਕੁਲ ਠੀਕ ਹੈ, ਕਿਉਂਕਿ ਆਪਾਂ ਨੂੰ ਕੋਈ ਛੋਟੀ ਜਿਹੀ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੁਸੀਂ ਇਹ ਸੋਚੋ ਬੱਚਿਓ ਵੀ ਜਿਹੜਾ ਤੀਜਾ ਬੰਦਾ ਆਪਾਂ ਨੂੰ ਆ ਕੇ ਗੱਲ ਕਹਿ ਰਿਹਾ, ਇਸ ਬੱਚੇ ਨੂੰ ਇਹੋ ਜਿਹਾ ਕੀ ਇੰਟਰਸਟ ਹੈ, ਠੀਕ ਹੈ ਨਾ, ਇਸ ਬੱਚੇ ਨੂੰ ਇਹੋ ਜਿਹੀ ਕੀ ਦਿਲਚਸਪੀ ਹੈ ਜੋ ਆਪਣੇ ਨਾਲ ਆ ਕੇ ਗੱਲ ਕਰ ਰਿਹਾ। ਕੋਈ ਤਾਂ ਉਸਦੀ ਵੀ ਹੋਏਗੀ। ਫਿਰ ਕਿਸੇ ਦੀ ਗੱਲ ਦੇ ਵਿੱਚ ਆਪਾਂ ਨੂੰ ਨਹੀਂ ਆਉਣਾ ਚਾਹੀਦਾ। ਜੇ ਤੁਹਾਡੇ ਬਾਰੇ ਕੋਈ ਬੋਲ ਰਿਹਾ ਤਾਂ ਮੈਨੂੰ ਲੱਗਦਾ ਕੋਈ ਬੱਚਾ ਦੂਜਾ ਤੁਹਾਡਾ ਇੰਨਾ ਕਿੰਨਾ ਕੁ ਖਾਸ ਹੈ ਵੀ ਤੁਹਾਨੂੰ ਨਾਲ ਦੀ ਨਾਲ ਆ ਕੇ ਦੱਸ ਰਿਹਾ ਹੋ। ਠੀਕ ਹੈ ਨਾ। ਇਸ ਕਰਕੇ ਆਪਾਂ ਨੂੰ ਕਿਸੇ ਦੀ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਠੀਕ ਹੈ। ਤਾਂ ਅਗਰ ਤੁਸੀਂ ਆ ਵੀ ਜਾਂਦੇ ਹੋ ਤੁਸੀਂ ਬੰਦੇ ਨਾਲ ਗੱਲ ਕਰ ਲਓ ਬਸ। ਠੀਕ ਹੈ। ਫਿਰ ਉਸ ਤੋਂ ਬਾਅਦ ਹੈ, ਤੁਸੀਂ ਆਪਣੇ ਤੋਂ ਸੀਨੀਅਰ ਵਿਦਿਆਰਥੀ ਨਾਲ ਸਕੂਟਰ 'ਤੇ ਜਾ ਰਹੇ ਹੋ। ਗਲਤੀ ਨਾਲ ਕਿਸੇ ਦੀ ਗੱਡੀ ਤੁਹਾਡੇ ਸਕੂਟਰ ਨੂੰ ਛੂਹ ਗਈ। ਸਕੂਟਰ ਨਵਾਂ ਸੀ, ਕੀ ਕਰੋਗੇ? ਤੁਸੀਂ ਸਕੂਟਰ ਰੋਕ ਕੇ ਉਸਨੂੰ ਮੰਦਾ ਬੋਲੋਗੇ? ਨਹੀਂ, ਕਿਉਂਕਿ ਇਹਦੇ ਨਾਲ ਸਕੂਟਰ ਤਾਂ ਵਾਪਸ ਨਹੀਂ ਆਉਣ ਲੱਗਿਆ। ਤੁਸੀਂ ਪਿਆਰ ਨਾਲ ਕਹੋਗੇ ਗੱਡੀ ਤਾਂ ਧਿਆਨ ਨਾਲ ਚਲਾਓ। ਠੀਕ ਹੈ। ਤੁਸੀਂ ਤੁਰੰਤ ਪੁਲਿਸ ਨੂੰ ਉਸਦੀ ਸ਼ਿਕਾਇਤ ਕਰੋਗੇ ਫਿਰ ਵੱਧ ਜਾਣਾ। ਛੋਟੀ ਜਿਹੀ ਗੱਲ ਸੀ ਹੈ ਨਾ, ਤਾਂ ਤੁਸੀਂ ਕਹੋਗੇ ਗੱਡੀ ਧਿਆਨ ਨਾਲ ਚਲਾਓ। ਠੀਕ ਹੈ। ਫਿਰ ਅੱਗੇ ਹੈ ਸਕੂਲ। ਛੁੱਟੀ ਹੋਣ ਤੋਂ ਬਾਅਦ ਕੋਈ ਵਿਦਿਆਰਥੀ ਤੁਹਾਡੇ ਨਾਲ ਵਧੀਕੀ ਕਰਦਾ ਹੈ, ਮਤਲਬ ਤੁਹਾਨੂੰ ਗਾਲਾਂ ਕੱਢਦਾ ਏ, ਠੀਕ ਹੈ, ਹੋਰ ਕੁਝ ਕਰਦਾ ਏ, ਤੁਸੀਂ ਉਸ ਨਾਲ ਹੱਥੋਂ ਪਾਈ ਹੋਓਗੇ। ਤੁਸੀਂ ਉਦੋਂ ਕੁਝ ਨਹੀਂ ਬੋਲੋਗੇ, ਚੁੱਪਚਾਪ ਜਾਓਗੇ, ਆਪਣੇ ਮਾਤਾ ਪਿਤਾ ਅਤੇ ਅਧਿਆਪਕ ਦੇ ਧਿਆਨ ਵਿੱਚ ਲਿਆ ਕੇ ਉਸ ਵਿਦਿਆਰਥੀ ਨਾਲ ਆਪਣਾ ਝਗੜਾ ਸੁਲਝਾ ਲਓਗੇ। ਤੁਸੀਂ ਆਪਣੇ ਮਿੱਤਰਾਂ ਨੂੰ ਬੁਲਾ ਕੇ ਉਸ ਨਾਲ ਲੜਾਈ ਕਰੋਗੇ? ਨਹੀਂ, ਇਹਦੇ ਵਿੱਚ ਆੜਾ ਜਿਹੜੀ ਆਪਸ਼ਨ ਹੈ ਉਹ ਬਿਲਕੁਲ ਠੀਕ ਹੈ, ਕਿਉਂਕਿ ਕੋਈ ਇਨਸਾਨ ਤੁਹਾਡੇ ਨਾਲ ਵਧੀਕੀ ਕਰ ਰਿਹਾ, ਤੁਸੀਂ ਉੱਥੇ ਲੜਾਈ ਕਰੋਗੇ। ਵਧੀਕੀ ਅਗਲਾ ਤਾਂ ਹੀ ਕਰ ਰਿਹਾ ਕਿਉਂਕਿ ਉਹ ਲੜਨਾ ਚਾਹੁੰਦਾ ਹੈ, ਪਰ ਆਪਾਂ ਮਾਤਾ ਪਿਤਾ ਨੂੰ ਅਤੇ ਅਧਿਆਪਕ ਦੇ ਧਿਆਨ ਦੇ ਵਿੱਚ ਗੱਲ ਲਿਆਵਾਂਗੇ। ਠੀਕ ਹੈ। ਅਤੇ ਫਿਰ ਉਸ ਨੂੰ ਸਮਝਾਵਾਂਗੇ। ਠੀਕ ਹੈ। ਝਗੜਾ ਸੁਲਝਾਵਾਂਗੇ। ਤੁਹਾਡੇ ਸਾਥੀਆਂ ਕੋਲ ਮਹਿੰਗੇ ਮੋਬਾਈਲ ਫੋਨ ਹਨ। ਤੁਸੀਂ ਆਪਣੇ ਮਾਪਿਆਂ ਨੂੰ ਕਈ ਵਾਰ ਫੋਨ ਲੈ ਕੇ ਦੇਣ ਲਈ ਕਿਹਾ, ਪਰ ਉਹ ਨਹੀਂ ਲੈ ਕੇ ਦੇ ਰਹੇ। ਤੁਸੀਂ ਉਹਨਾਂ ਨਾਲ ਫੋਨ ਲਈ ਜ਼ਿੱਦ ਕਰੋਗੇ? ਨਹੀਂ। ਮਾਂ-ਬਾਪ ਤੋਂ ਦੂਰੀ ਬਣਾ ਲਓਗੇ? ਨਹੀਂ। ਮੋਬਾਈਲ ਫੋਨ ਖਰੀਦਣ ਲਈ ਕੋਈ ਗਲਤ ਰਾਹ ਅਪਣਾਓਗੇ? ਨਹੀਂ। ਮਾਤਾ ਪਿਤਾ ਦੀ ਮਜਬੂਰੀ ਨੂੰ ਸਮਝੋਗੇ ਅਤੇ ਆਪਣੀ ਜ਼ਿੱਦ ਛੱਡ ਦਿਓਗੇ, ਕਿਉਂਕਿ ਬੱਚੋ ਮਾਤਾ ਪਿਤਾ ਇਹ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਾ ਖੁਸ਼ ਰਹੇ। ਉਹਨਾਂ ਦੀ ਕੋਈ ਮਜਬੂਰੀ ਹੈ ਕਿ ਉਹ ਨਹੀਂ ਦਬਾ ਪਾ ਰਹੇ, ਇਸ ਕਰਕੇ ਉਹਨਾਂ ਦੀ ਮਜਬੂਰੀ ਨੂੰ ਆਪਾਂ ਸਮਝਾਂਗੇ ਅਤੇ ਆਪਣੀ ਜ਼ਿੱਦ ਨੂੰ ਛੱਡ ਦਿਆਂਗੇ। ਫਿਰ ਉਸ ਤੋਂ ਬਾਅਦ ਹੈ, ਤੁਸੀਂ ਸਬਜ਼ੀ ਲੈਣ ਦੁਕਾਨ 'ਤੇ ਗਏ, ਉੱਥੇ ਭੀੜ ਸੀ, ਤੁਹਾਡੇ ਤੋਂ ਪਿੱਛੋਂ ਆ ਕੇ ਵੀ ਕਈ ਗਾਹਕ ਸਬਜ਼ੀ ਲੈ ਕੇ ਚਲੇ ਗਏ। ਤੁਸੀਂ ਬਹੁਤ ਗੁੱਸੇ ਨਾਲ ਦੁਕਾਨਦਾਰ ਨੂੰ ਕਹੋਗੇ ਕਿ ਵਾਰੀ ਸਿਰ ਸਬਜ਼ੀ ਦੇਵੇ। ਤੁਸੀਂ ਵੀ ਹੋਰ ਗਾਹਕਾਂ ਨੂੰ ਪਿੱਛੇ ਕਰਦੇ ਹੋਏ ਅੱਗੇ ਆ ਕੇ ਸਬਜ਼ੀ ਲੈ ਲਓਗੇ। ਦੁਕਾਨਦਾਰ ਨੂੰ ਸੁਝਾਅ ਦਿਓਗੇ ਕਿ ਇੰਨੇ ਗਾਹਕਾਂ ਲਈ ਪਰਚੀ ਸਿਸਟਮ ਲਈ ਸਬਜ਼ੀ ਦੇਣ ਦਾ ਢੰਗ ਅਪਣਾਏ। ਹਾਂਜੀ, ਇਹ ਬਿਲਕੁਲ ਠੀਕ ਹੈ। ਠੀਕ ਹੈ ਨਾ ਬੱਚਿਓ। ਇਸ ਤਰ੍ਹਾਂ ਆਪਣੀ ਸਹਿਣਸ਼ੀਲਤਾ ਹੈ ਜਿਹੜੀ ਉਹ ਬਰਕਰਾਰ ਰਹੇਗੀ ਅਤੇ ਆਪਾਂ ਵੀ ਖੁਸ਼ ਰਹਾਂਗੇ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਾਂਗੇ। ਸਬਰ ਸੰਤੋਖ ਨਾਲ ਜੀਵਨ ਬਤੀਤ ਕਰਾਂਗੇ। ਠੀਕ ਹੈ ਬੱਚਿਓ। ਫਿਰ ਆਓ ਅੱਗੇ ਆਪਾਂ ਹੁਣ ਦਿਆਲੂ ਬਿਰਤੀ ਉਪਵਿਸ਼ਾ ਵੀ ਕਰਦੇ ਹਾਂ। ਠੀਕ ਹੈ। ਦਿਆਲੂ ਬਿਰਤੀ ਅਸਲ ਵਿੱਚ ਮਨੁੱਖ ਦੀ ਅਜਿਹੀ ਬਿਰਤੀ ਜਾਂ ਭਾਵਨਾ ਹੈ ਜਿਸ ਵਿੱਚ ਦਇਆ, ਮਾਫੀ ਅਤੇ ਵਿਸ਼ਾਲ ਸੋਚ ਵਾਲੇ ਹਿਰਦੇ ਦੀ ਸੰਵੇਦਨਾ ਹੁੰਦੀ ਹੈ। ਮਿਹਰਬਾਨ ਹੋ ਕੇ ਇਨਸਾਨ ਦੀ ਬਿਹਤਰੀ ਲਈ ਉਸਾਰੂ ਸੋਚ ਰੱਖਣਾ ਇਸ ਦਾ ਅਹਿਮ ਪੱਖ ਹੈ। ਦਿਆਲੂ ਬਿਰਤੀ ਵਾਲਾ ਇਨਸਾਨ ਮਨੋ ਸਰੀਰਕ ਅਤੇ ਸਮਾਜ ਸੱਭਿਆਚਾਰਕ ਤੌਰ 'ਤੇ ਖੁਸ਼ਹਾਲ ਜੀਵਨ ਜਿਉਣਾ ਸਿੱਖ ਲੈਂਦਾ ਹੈ। ਇਸ ਪਾਠ ਦਾ ਮਨੋਰਥ ਵਿਦਿਆਰਥੀਆਂ ਵਿੱਚ ਥੋੜ੍ਹੇ ਦਿਲੇ, ਆਪਾਂ ਕਹਿ ਸਕਦੇ ਜਿਹਨੂੰ ਆਪਾਂ ਥੋੜ ਦਿਲੇ ਵਰਤਾਰੇ, ਮਤਲਬ ਛੋਟੀ ਸੋਚ ਵਾਲੇ ਜੋ ਲੋਕ ਨੇ,
ਠੀਕ ਹੈ ਨਾ, ਉਹ ਤੋਂ ਉੱਪਰ ਉੱਠ ਕੇ ਦਿਆਲੂ ਬਿਰਤੀ ਵਿੱਚ ਵਿਚਰਨ ਅਤੇ ਆਪਣੇ ਜੀਵਨ ਦੇ ਨਾਲ ਨਾਲ ਸਮਾਜ ਨੂੰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ। ਠੀਕ ਹੈ ਬੱਚਿਓ, ਆਪਾਂ ਕੀ ਕਰਨਾ ਹੈ ਕਿ ਆਪਣੀ ਜਿਹੜੀ ਬਿਰਤੀ ਹੈ, ਆਪਣੀ ਜਿਹੜੀ ਸੋਚ ਹੈ, ਉਸ ਨੂੰ ਕੀ ਕਰਨਾ, ਦਿਆਲੂ ਬਣਾਉਣਾ ਹੈ ਦੂਜਿਆਂ ਦੇ ਪ੍ਰਤੀ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ ਪਹਿਲੀ ਝਾਕੀ ਦੇ ਵਿੱਚ ਕੀ ਹੁੰਦਾ ਹੈ। ਅੱਜ ਸਵੇਰੇ ਅੰਮ੍ਰਿਤਪਿੰਦਰ ਪੜ੍ਹਨ ਸਕੂਲ ਆਉਂਦੇ ਸੀ। ਆਓ ਵੇਖੀਏ ਰਸਤੇ ਵਿੱਚ ਕੰਮ ਉਹਨਾਂ ਨੇ ਕੀਤੇ ਕੀ। ਠੀਕ ਹੈ, ਦੇਖਦੇ ਹਾਂ ਵੀ ਕੀ ਕੰਮ ਕਰਦੇ ਆਉਂਦੇ ਨੇ। ਅੰਮ੍ਰਿਤ ਮੂੰਹ ਵਿੱਚ ਕੁਝ ਗੁਣਗੁਣਾਉਂਦਾ ਹੋਇਆ ਸਾਈਕਲ ਤੇ ਆ ਰਿਹਾ ਸੀ। ਅੰਮ੍ਰਿਤ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਠੀਕ ਹੈ ਨਾ, ਇਹ ਗੱਲਾਂ ਕਹਿੰਦਾ ਆਉਂਦਾ ਹੁੰਦਾ, ਕਰ ਭਲਾ ਹੋ ਭਲਾ। ਬਿੰਦਰ, ਅੰਮ੍ਰਿਤ ਰੁਕ 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 ਯਾਰ, ਆ ਤੂੰ ਭਲੇ ਕੰਮ ਕਦੋਂ ਤੋਂ ਕਰਨ ਲੱਗ ਪਿਆ। ਅੰਮ੍ਰਿਤ, ਯਾਰ ਊਂ ਤਾਂ ਸਾਨੂੰ ਭਲੇ ਕੰਮ ਹੀ ਕਰਨੇ ਚਾਹੀਦੇ ਆ। ਮੇਰੇ ਦਾਦੀ ਜੀ ਵੀ ਕੱਲ੍ਹ ਇਹੀ ਕਹਾਣੀ ਸੁਣਾ ਰਹੇ ਸਨ। ਬਿੰਦਰ, ਅੱਛਾ ਫਿਰ ਤੂੰ ਭਲਾ ਕਰਨਾ ਜਾਂ ਭਲੇ ਕੰਮ ਕਰਨਾ ਮੇਰੇ ਤੋਂ ਹੀ ਸ਼ੁਰੂ ਕਰ ਦੇ ਅੱਜ ਤੋਂ ਹੀ। ਅੰਮ੍ਰਿਤ, ਉਹ ਕਿਵੇਂ? ਤੈਨੂੰ ਪਤਾ ਹੀ ਆ ਮੇਰੇ ਘਰ ਦੇ ਮੈਨੂੰ ਸਾਈਕਲ ਲੈ ਕੇ ਨਹੀਂ ਦੇ ਸਕਦੇ, ਤੂੰ ਹੀ ਲੈ ਜਾਇਆ ਕਰ ਮੈਨੂੰ ਸਕੂਲ ਤੱਕ। ਅੰਮ੍ਰਿਤ, ਲੈ ਯਾਰ ਤੂੰ ਰੋਜ਼ ਮੇਰੇ ਨਾਲ ਹੀ ਜਾਇਆ ਕਰ, ਆ ਬੈਠ ਪਿੱਛੇ। ਬਿੰਦਰ, ਸਾਈਕਲ ਦੇ ਕੈਰੀਅਰ 'ਤੇ ਬੈਠਦੇ ਹੋਏ, ਧੰਨਵਾਦ ਅੰਮ੍ਰਿਤ। ਅੰਮ੍ਰਿਤ, ਲੈ ਯਾਰ ਧੰਨਵਾਦ ਵਾਲੀ ਕਿਹੜੀ ਗੱਲ ਹੈ, ਇਹ ਤਾਂ ਫਰਜ਼ ਹੈ ਸਾਡਾ। ਇੰਨੇ ਨੂੰ 6ਵੀਂ 'ਚ ਪੜ੍ਹਦਾ ਸੌਰਵ ਉਹਨਾਂ ਕੋਲੋਂ ਲੰਘਦਾ ਅਚਾਨਕ ਡਿੱਗ ਪੈਂਦਾ ਹੈ। ਬਿੰਦਰ, ਓਏ ਇੰਨਾ ਹਵਾ 'ਤੇ ਕਿਉਂ ਸਵਾਰ ਹੋਇਆ ਫਿਰਦਾ ਹੈ, ਘਬਰਾ ਨਾ ਚੁੱਕਦਾ ਤੈਨੂੰ। ਸੌਰਵ, ਜਲਦੀ ਕਰੋ ਭਾਜੀ, ਮੇਰੀ ਤਾਂ ਵਰਦੀ ਵੀ ਖਰਾਬ ਹੋ ਗਈ। ਅੰਮ੍ਰਿਤ ਸੌਰਵ ਦੀ ਵਰਦੀ ਝਾੜਦਿਆਂ ਹੋਇਆਂ ਉਸ ਨੂੰ ਕਲਾਵੇ ਵਿੱਚ ਲੈ ਕੇ ਫਿਕਰ ਨਾਲ ਪੁੱਛਦਾ ਹੈ, ਕੋਈ ਸੱਟ ਸੁੱਟ ਤਾਂ ਨਹੀਂ ਲੱਗੀ। ਸੌਰਵ, ਨਹੀਂ ਭਾਜੀ ਬਚਾਅ ਹੋ ਗਿਆ। ਅੰਮ੍ਰਿਤ, ਠੀਕ ਹੈ ਪਰ ਤੂੰ ਸਾਈਕਲ ਹੌਲੀ ਚਲਾਇਆ ਕਰ। ਠੀਕ ਹੈ ਨਾ, ਇਸ ਕਰਕੇ ਦੇਖੋ ਅੰਮ੍ਰਿਤ ਨੇ ਕੀ ਕੀਤਾ, ਦੋ ਭਲੇ ਦੇ ਕੰਮ ਕੀਤੇ ਤੇ। ਫਿਰ ਦੂਜੀ ਝਾਕੀ ਦੇ ਵਿੱਚ ਦੇਖਦੇ ਹਾਂ ਆਪਾਂ ਸੂਤਰਧਾਰ ਸਟੇਜ ਦੇ ਉੱਪਰ ਜੋ ਹੁੰਦੇ ਨੇ ਉਹ ਕੀ ਬੋਲਦੇ ਨੇ। ਦੋ ਭਲੇ ਦੇ ਕਾਰਜ ਕਰਕੇ ਅੰਮ੍ਰਿਤ ਬਿੰਦਰ ਆਏ ਸਕੂਲੇ। ਜ਼ਰਾ ਦਿਮਾਗ ਲਗਾ ਕੇ ਸੋਚੋ ਮੈਡਮ ਜੀ ਨੂੰ ਕੀ ਬੋਲੇ। ਸਵੇਰ ਦੀ ਸਭਾ ਤੋਂ ਪਹਿਲਾਂ ਅਧਿਆਪਕਾਂ ਨੂੰ ਦੇਖ ਕੇ ਸਤਿਕਾਰ ਨਾਲ ਅੰਮ੍ਰਿਤ ਫਿਰ ਗੁਣਗੁਣਾਉਂਦਾ ਹੈ। ਅੰਮ੍ਰਿਤ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਸਤਿ ਸ਼੍ਰੀ ਅਕਾਲ ਜੀ ਮੈਡਮ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਬਿੰਦਰ, ਮੈਡਮ ਜੀ ਲਿਆਓ ਆਪਣਾ ਬੈਗ ਸਾਨੂੰ ਫੜਾ ਦਿਓ। ਮੈਡਮ, ਨਹੀਂ ਬੇਟਾ ਰਹਿਣ ਦਿਓ। ਅੰਮ੍ਰਿਤ ਬੈਗ ਵੱਲ ਹੱਥ ਵਧਾਉਂਦਾ, ਨਹੀਂ ਮੈਡਮ ਜੀ ਤੁਸੀਂ ਫੜਾਓ। ਮੇਰੇ ਦਾਦੀ ਜੀ ਕਹਿੰਦੇ ਸਨ ਕਿ ਦੂਜਿਆਂ ਦੇ ਕੰਮ ਆਉਣ ਨਾਲ ਸਾਨੂੰ ਅਸੀਸਾਂ ਮਿਲਦੀਆਂ ਨੇ। ਮੈਡਮ, ਵਾਹ ਬਹੁਤ ਚੰਗਾ, ਆ ਲਓ ਫੜੋ ਤੇ ਫਾਈਲਾਂ ਪ੍ਰਿੰਸੀਪਲ ਸਾਹਿਬ ਨੂੰ ਦੇ ਆਓ। ਪ੍ਰਿੰਸੀਪਲ ਸਾਹਿਬ ਦਫ਼ਤਰ ਦੇ ਬਾਹਰ ਹੀ ਖੜ੍ਹੇ ਹਨ। ਦੋਵੇਂ ਉਹਨਾਂ ਵੱਲ ਵਧਦੇ ਹਨ। ਦੋਵੇਂ ਮੁੰਡੇ, ਸਤਿ ਸ਼੍ਰੀ ਅਕਾਲ ਸਰ। ਪ੍ਰਿੰਸੀਪਲ, ਸਤਿ ਸ਼੍ਰੀ ਅਕਾਲ ਬੇਟੇ। ਅੰਮ੍ਰਿਤ, ਸਰ ਆਹ ਫਾਈਲਾਂ ਪੰਜਾਬੀ ਵਾਲੀ ਮੈਡਮ ਜੀ ਨੇ ਤੁਹਾਡੇ ਵੱਲ ਭੇਜੀਆਂ ਨੇ। ਪ੍ਰਿੰਸੀਪਲ, ਆਓ ਦਫ਼ਤਰ ਵਿੱਚ ਰੱਖ ਦਿਓ। ਪ੍ਰਿੰਸੀਪਲ ਸਾਹਿਬ ਦੇ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਹੀ ਬਿੰਦਰ ਫੁਰਤੀ ਨਾਲ ਜਾ ਕੇ ਸਤਿਕਾਰ ਵਜੋਂ ਦਰਵਾਜ਼ਾ ਖੋਲ੍ਹਦਾ ਹੈ। ਬਿੰਦਰ, ਆਓ ਸਰ ਜੀ। ਪ੍ਰਿੰਸੀਪਲ, ਸ਼ੁਕਰੀਆ ਬੇਟੇ ਸ਼ੁਕਰੀਆ। ਦੋਵੇਂ, ਮਿਹਰਬਾਨੀ ਸਰ। ਸਤਿਕਾਰ ਸਹਿਤ ਇਹ ਕਹਿ ਕੇ ਦੋਵੇਂ ਸਾਹਮਣੇ ਬੈਠੇ ਵਿਦਿਆਰਥੀਆਂ ਵੱਲ ਵਾਪਸ ਚਲੇ ਜਾਂਦੇ ਹਨ। ਹੁਣ ਆਪਾਂ ਤੀਸਰੀ ਝਾਕੀ ਦੇਖਦੇ ਹਾਂ। ਫਿਰ ਕੀ ਹੁੰਦਾ, ਜਮਾਤ ਇੰਚਾਰਜ ਅਧਿਆਪਕ ਵਿਦਿਆਰਥੀਆਂ ਤੋਂ ਫੀਸਾਂ ਇਕੱਠੀਆਂ ਕਰ ਰਿਹਾ ਹੈ। ਸੂਤਰਧਾਰ, ਦੋ ਕੁੜੀਆਂ ਨੇ ਹਰਮਨ ਕੋਮਲ, ਪੜ੍ਹਾਈ ਤਾਂ ਖੂਬ ਕਰਦੀਆਂ ਨੇ, ਆਓ ਦੇਖੀਏ ਵਿੱਚ ਸਕੂਲੇ ਭਲੇ ਕੰਮ ਵੀ ਕਰਦੀਆਂ ਨੇ। ਇੰਚਾਰਜ, ਲਿਆਓ ਬਈ ਬੱਚਿਓ ਆਪੋ ਆਪਣੀਆਂ ਫੀਸਾਂ। ਹਰਮਨ, ਜੀ ਸਰ ਆਹ ਪਹਿਲਾਂ ਮੇਰੀ ਫੀਸ ਲਓ। ਇੰਚਾਰਜ 500 ਦਾ ਨੋਟ ਦਿਖਾ ਕੇ, ਵਾਹ ਬਈ ਵਾਹ, ਬਕਾਇਆ ਪੈਸੇ ਵਾਪਸ ਕਰਦਾ ਹੈ। ਹਰਮਨ, ਠੀਕ ਹੈ ਸਰ ਧੰਨਵਾਦ। ਇੰਚਾਰਜ, ਚਲੋ ਕੋਮਲ ਤੁਸੀਂ ਵੀ ਲਿਆਓ। ਕੋਮਲ, ਲਓ ਸਰ ਮੇਰੀ ਫੀਸ। ਇੰਚਾਰਜ, ਹਾਂਜੀ ਦੀਪੀ ਤੁਸੀਂ ਕਿਉਂ ਨਹੀਂ ਉੱਠ ਰਹੇ। ਹਾਂਜੀ ਬੇਟੇ ਤੁਸੀਂ ਵੀ ਜਮ੍ਹਾਂ ਕਰਵਾਓ। ਦੀਪੀ, ਸਰ ਮੈਂ ਅੱਜ ਫੀਸ ਨਹੀਂ ਲਿਆ ਸਕੀ। ਇੰਚਾਰਜ, ਬੇਟਾ ਲਿਆ ਨਹੀਂ ਸਕੇ ਕਿ ਚੇਤਾ ਭੁੱਲ ਗਿਆ। ਦੀਪੀ, ਨਹੀਂ ਸਰ ਇਹ ਗੱਲ ਨਹੀਂ, ਐਤਕੀ ਪਾਪਾ ਦੀ ਕੋਈ ਦਿਹਾੜੀ ਵੀ ਨਹੀਂ ਲੱਗੀ।
ਤੇ ਮੰਮੀ ਜੀ ਵੀ ਬਿਮਾਰ ਹਨ। ਇੰਚਾਰਜ ਅੱਛਾ, ਕੋਈ ਗੱਲ ਨਹੀਂ, ਇਹ ਫੀਸ ਮੈਂ ਭਰ ਦਿਆਂਗਾ, ਤੂੰ ਮਨ ਲਾ ਕੇ ਪੜ੍ਹਿਆ ਕਰ। ਨਹੀਂ ਸਰ, ਤੁਸੀਂ ਰਹਿਣ ਦਿਓ, ਇਹ ਦੀਪੀ ਦੀ ਫੀਸ ਮੈਂ ਦੇ ਦਿੰਦੀ ਹਾਂ। ਪਾਪਾ ਅਕਸਰ ਕਹਿੰਦੇ ਹਨ ਕਿ ਪੁੱਤਰ ਦਿਆਲੂ ਬਣ ਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਿਆ ਕਰੋ। ਇੰਚਾਰਜ ਸ਼ਾਬਾਸ਼ ਹਰਮਨ। ਰਾਮ ਪ੍ਰਸਾਦ ਸਰ, ਮੇਰੀ ਫੀਸ ਵੀ ਰਹਿੰਦੀ ਹੈ, ਮੇਰੇ ਕੋਲ ਅੱਧੀ ਫੀਸ ਜੋਗੇ ਪੈਸੇ ਹੀ ਹਨ, ਅੱਧੇ ਫੇਰ ਦੇ ਦੇਵਾਂਗਾ। ਕੋਮਲ ਵਿੱਚੋਂ ਹੀ ਖੜੀ ਹੋ ਕੇ ਹਾਂਜੀ ਸਰ, ਰਾਮ ਪ੍ਰਸਾਦ ਸਾਡੇ ਮੁਹੱਲੇ ਵਿੱਚ ਹੀ ਆਪਣੇ ਨਾਨਕਿਆਂ ਦੇ ਰਹਿੰਦਾ ਹੈ, ਇਸ ਦੀ ਬਾਕੀ ਫੀਸ ਮੇਰੇ ਬਕਾਏ ਵਿੱਚੋਂ ਕੱਟ ਲਵੋ। ਇੰਚਾਰਜ ਜਿਉਂਦੇ ਰਹੋ ਬਈ ਸ਼ੇਰ ਬੱਚਿਓ, ਤੁਸੀਂ ਬੜੇ ਹੀ ਦਿਆਲੂ ਬੱਚੇ ਹੋ, ਸਾਥੀ ਦੀ ਮਦਦ ਵੀ ਕਰਦੇ ਹੋ ਤੇ ਤੁਹਾਨੂੰ ਖੁਸ਼ੀ ਵੀ ਮਿਲਦੀ ਹੈ। ਰਾਮ ਪ੍ਰਸਾਦ ਸਿਰ ਝੁਕਾ ਕੇ ਨਿਮਰਤਾ ਸਹਿਤ ਖੁਸ਼ੀ ਪ੍ਰਗਟ ਕਰਦਾ ਹੈ। ਇਹ ਸਭ ਦੇਖ ਕੇ ਸਾਰੀ ਜਮਾਤ ਦੇ ਵਿਦਿਆਰਥੀ ਇੱਕ ਵੱਖਰੇ ਸਕੂਨ ਵਿੱਚ ਨਜ਼ਰ ਆਉਂਦੇ ਹਨ। ਅਧਿਆਪਕ ਉਹਨਾਂ ਦੇ ਚਿਹਰੇ ਦੀ ਰੌਣਕ ਦੇਖ ਕੇ ਖੁਸ਼ ਹੋ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੈ। ਇੰਚਾਰਜ ਬਹੁਤ ਅੱਛੇ ਬੱਚੋ, ਵੇਖਿਆ ਦਿਆਲੂ ਬਿਰਤੀ ਕਿੰਨਾ ਸਕੂਨ ਦਿੰਦੀ ਹੈ, ਬਸ ਇਹੀ ਜ਼ਿੰਦਗੀ ਦਾ ਅਸਲ ਸਵਾਦ ਹੈ। ਚਲੋ ਬਈ ਸਾਰੇ ਬੱਚੇ ਕੱਢੋ ਆਪੋ ਆਪਣੀਆਂ ਕਿਤਾਬਾਂ ਤੇ ਅੱਗੇ ਪੜ੍ਹੀਏ ਸੁਚੱਜੀ ਜ਼ਿੰਦਗੀ ਦਾ ਅਗਲਾ ਪਾਠ। ਦੇਖਿਆ ਫਿਰ ਬੱਚਿਓ, ਤੇ ਹੁਣ ਆਪਾਂ ਅਭਿਆਸ ਕਰ ਲਈਏ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਤੁਸੀਂ ਕੀ ਸਿੱਖਿਆ। ਆਪਾਂ ਇਹੀ ਸਿੱਖਿਆ ਕਿ ਆਪਾਂ ਅਗਰ ਦੂਜਿਆਂ ਦੀ ਮਦਦ ਕਰਦੇ ਹਾਂ ਤਾਂ ਆਪਾਂ ਵੀ ਖੁਸ਼ ਹੁੰਦੇ ਹਾਂ, ਦੂਜੇ ਵੀ ਖੁਸ਼ ਹੁੰਦੇ ਨੇ, ਸਾਰੇ ਖੁਸ਼ ਹੁੰਦੇ ਨੇ। ਅਗਰ ਆਪਾਂ ਲੜਦੇ ਹਾਂ ਆਪਾਂ ਵੀ ਦੁਖੀ ਹੁੰਦੇ ਹਾਂ, ਦੂਜੇ ਵੀ ਦੁਖੀ ਹੁੰਦੇ ਨੇ ਤੇ ਸਾਰੇ ਦੁਖੀ ਹੁੰਦੇ ਨੇ। ਇਸ ਕਰਕੇ ਦੇਖੋ ਚੰਗਾ ਕੀ ਹੈ, ਆਪਣਾ ਮਾਨਸਿਕ ਸਕੂਨ। ਆਪਾਂ ਲੜਾਂਗੇ, ਦੂਜਿਆਂ ਨੂੰ ਦੁੱਖ ਭਾਵੇਂ ਪਹੁੰਚੇ ਨਾ ਪਹੁੰਚੇ, ਪਰ ਆਪਾਂ ਨੂੰ ਬਹੁਤ ਪਹੁੰਚਦਾ ਹੈ। ਗੁੱਸਾ ਕਰਾਂਗੇ ਤਾਂ ਆਪਾਂ ਨੂੰ ਖੁਦ ਨੂੰ ਤਬੀਅਤ ਆਪਣੀ ਖਰਾਬ ਹੁੰਦੀ ਹੈ। ਸੋ ਇਸ ਕਰਕੇ ਆਪਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਸਗੋਂ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ। ਠੀਕ ਹੈ ਨਾ। ਹੁਣ ਪ੍ਰਸ਼ਨਾਵਲੀ ਕਰਦੇ ਹਾਂ ਬੱਚਿਓ ਆਪਾਂ। ਪਹਿਲੀ ਝਾਕੀ ਤੋਂ ਤੁਹਾਨੂੰ ਜੀਵਨ ਦੀਆਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਦਿਆਲੂ ਬਣਨਾ ਚਾਹੀਦਾ ਹੈ, ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਠੀਕ ਹੈ ਨਾ। ਅੰਮ੍ਰਿਤ ਕਿਹੜੀ ਤੁਕ ਵਾਰ-ਵਾਰ ਗੁਣਗੁਣਾਉਂਦਾ ਹੈ, ਜੋ ਆਪਾਂ ਹੁਣੀ ਕਹੀ ਹੈ। ਠੀਕ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਦੂਜੀ ਝਾਕੀ ਵਿੱਚ ਅੰਮ੍ਰਿਤ ਤੇ ਬਿੰਦਰ ਮੈਡਮ ਜੀ ਦੀ ਕੀ ਸਹਾਇਤਾ ਕਰਦੇ ਹਨ। ਉਹ ਕਹਿੰਦੇ ਨੇ ਕਿ ਬੈਗ ਫੜਾਓ, ਤਾਂ ਮੈਡਮ ਕਹਿੰਦੇ ਹਨ ਕਿ ਮੈਂ ਬੈਗ ਨਹੀਂ ਫੜਾਉਣਾ, ਤਾਂ ਫਿਰ ਉਹਨਾਂ ਦੇ ਵਾਰ-ਵਾਰ ਕਹਿਣ 'ਤੇ ਉਹ ਫਾਈਲ ਫੜਾ ਦਿੰਦੇ ਨੇ। ਠੀਕ ਹੈ ਨਾ ਮੈਡਮ ਜੀ ਉਹਨਾਂ ਨੂੰ, ਤਾਂ ਉਹ ਪ੍ਰਿੰਸੀਪਲ ਸਰ ਨੂੰ ਉਹ ਫਾਈਲ ਦੇ ਆਉਂਦੇ ਨੇ। ਠੀਕ ਹੈ ਨਾ ਬੱਚਿਓ, ਤਾਂ ਇਸ ਤਰ੍ਹਾਂ ਉਹ ਉਹਨਾਂ ਦੀ ਮਦਦ ਕਰਦੇ ਹਨ। ਤੀਜੀ ਝਾਕੀ ਵਿੱਚ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ। ਵਿਦਿਆਰਥੀਆਂ ਦੇ ਆਪਸੀ ਸਹਿਯੋਗ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਵੇਂ ਗਰੀਬ ਵਿਦਿਆਰਥੀ ਸਨ ਤਾਂ ਉਹਨਾਂ ਬੱਚਿਆਂ ਨੇ ਉਹਨਾਂ ਦੀ ਮਦਦ ਕੀਤੀ ਸੀ, ਹੈ ਨਾ। ਅਤੇ ਹਰਮਨ ਅਤੇ ਕੋਮਲ ਨੇ ਮਦਦ ਕੀਤੀ ਸੀਗੀ, ਤਾਂ ਇਸ ਕਰਕੇ ਉਹ ਕੀ ਸੀ ਬੱਚਿਓ, ਤਾਂ ਸਹਿਯੋਗ ਦੇ ਨਾਲ ਉਹਨਾਂ ਦੀ ਫੀਸ ਵੀ ਭਰੀ ਗਈ ਸੀ। ਆਪਾਂ ਨੂੰ ਇੱਕ ਦੂਜੇ ਦਾ ਸਹਿਯੋਗ ਵੀ ਕਰਨਾ ਚਾਹੀਦਾ, ਸਾਰੇ ਖੁਸ਼ ਹੁੰਦੇ ਨੇ ਉਸਨੂੰ ਦੇਖ ਕੇ। ਸੋ ਬੱਚਿਓ ਇਸ ਤਰ੍ਹਾਂ ਆਪਾਂ ਦੇਖਿਆ ਕਿ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ, ਸਹਿਣਸ਼ੀਲ ਬਣਨਾ ਚਾਹੀਦਾ ਹੈ, ਅਤੇ ਸਵਾਗਤ ਜ਼ਿੰਦਗੀ ਦਾ ਨਾਂ ਹੈ ਕਿ ਆਪਾਂ ਆਪਣੀ ਜ਼ਿੰਦਗੀ ਦਾ ਵਧੀਆ ਤਰ੍ਹਾਂ ਨਾਲ ਸਵਾਗਤ ਕਰਨਾ ਹੈ। ਠੀਕ ਹੈ, ਖੁਸ਼ ਰਹਿਣਾ। ਖੁਸ਼ੀ ਕੋਈ ਮਿਲਦੀ ਨਹੀਂ ਹੁੰਦੀ, ਸਗੋਂ ਖੁਸ਼ੀ ਆਪਾਂ ਨੂੰ ਹਾਸਲ ਕਰਨੀ ਪੈਂਦੀ ਹੈ। ਕਿਤੋਂ ਵੀ ਖੁਸ਼ੀ ਜਿਹੜੀ ਆਪਾਂ ਪ੍ਰਾਪਤ ਕਰਨੀ ਹੈ। ਠੀਕ ਹੈ, ਜੇ ਆਪਾਂ ਖਿਜਾਂਗੇ, ਲੜਾਂਗੇ, ਰੋਵਾਂਗੇ ਤਾਂ ਆਪਾਂ ਨੂੰ ਸਕੂਨ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ। ਠੀਕ ਹੈ ਬੱਚਿਓ, ਨਵੀਂ ਜ਼ਿੰਦਗੀ ਦਾ ਸਵਾਗਤ ਕਰਨਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਧੰਨਵਾਦ। ਖੁਸ਼ ਰਹੋ ਬੱਚਿਓ, ਆਪਣੀ ਜ਼ਿੰਦਗੀ ਦਾ ਸਵਾਗਤ ਕਰੋ।